पिछली इंटरव्यू मेरे सहयोगी इमरान ने तुहाडे नाल कीती सी ते उहदे विच भी आपां इह गल कही सी कि सिद्धू कोटे 'च तुहानूं टिकट मिलण जा रही है, पर होया कि सनौर हलके तो दावेदारी सिद्धू साहब किसी होर लई पेश कर गए, की गल हो गई? नहीं देखो, दावेदारी नहीं पेश करके गए। एक परिवार दे विचों इक्को ही टिकट मिलनी है, तो हो सकता है कि लाल सिंह नूं टिकट ना मिले, तो पार्टी फिर हैरी मान नूं पिछे छड्ड के तुहानूं टिकट क्यों देवे? वो ये है कि मैं नवजोत सिंह सिद्धू नूं मुੱਖ ਮੰਤਰੀ ਬਣਦੇ ਦੇਖਾਂ ਤੇ ਮੁੱਖ ਮੰਤਰੀ ਬਣਦੇ ਦੇਖ ਜਿਹੜੇ ਵਿਧਾਨ ਸਭਾ ਦੇ ਵਿੱਚ ਹੱਥ ਖੜੇ ਹੋਣ, ਉਹਦੇ ਵਿੱਚ ਇੱਕ ਹੱਥ ਮੇਰਾ ਹੋਵੇ ਸਨੌਰ ਹਲਕੇ ਤੋਂ, ਮੈਂ ਖੜਾ ਕਰਕੇ ਕਹਾਂ ਕਿ ਆ ਮੇਰਾ ਮੁੱਖ ਮੰਤਰੀ ਨਵਜੋਤ ਸਿੰਘ। ਪਰ ਇੱਕ ਗੱਲ ਇਮਾਨਦਾਰੀ ਨਾਲ ਦੱਸਿਓ, ਅੱਜ ਦੀ ਡੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਤੁਹਾਨੂੰ ਦਿਖਾਈ ਦੇ ਰਹੀ ਹੈ? ਹਾਈ ਕਮਾਂਡ ਨੂੰ ਇਹ ਡਿਸੀਜਨ ਲੈਣਾ ਪਊਗਾ ਚੋਣਾਂ ਤੋਂ ਪਹਿਲਾਂ ਕਿ ਸਾਡਾ ਆਉਣ ਵਾਲਾ 2022 ਦਾ ਮੁੱਖ ਮੰਤਰੀ ਕੌਣ ਹੋਊਗਾ। ਨਹੀਂ, ਪਰ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਕਿ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੇਾਂਗੇ। ਨਹੀਂ ਦੇਣਾ ਪਊਗਾ। ਜੇ ਤੁਹਾਨੂੰ ਟਿਕਟ ਨਾ ਮਿਲੇ ਤਾਂ ਫਿਰ ਕੀ ਸ਼ਹਿਰੀ ਰਿਆੜ ਦਾ ਕੀ ਅਗਲਾ ਐਕਸ਼ਨ ਹੋਊਗਾ? ਕੀ ਸ਼ਹਿਰੀ ਰਿਆੜ ਵੀ ਪਾਰਟੀ ਛੱਡ ਦੇਣਗੇ ਜਾਂ ਕਿਸੇ ਹੋਰ ਪਾਰਟੀ ਜਾਣਗੇ? 2022 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਨੇੜੇ ਆ ਰਹੀਆਂ ਨੇ, ਉਵੇਂ ਹੀ ਟਿਕਟ ਦੇ ਲਈ ਦਾਅਵੇਦਾਰੀਆਂ ਪੇਸ਼ ਕਰਨ ਵਾਲੇ ਉਮੀਦਵਾਰਾਂ ਦੀ ਸਾਹ ਜਿਹੜੇ ਆ ਉਹ ਸੂਤੇ ਜਾ ਰਹੇ ਨੇ। ਬੇਸ਼ੱਕ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਰੀਬ 100 ਦੇ ਕਰੀਬ ਜਿਹੜੇ ਉਮੀਦਵਾਰ ਐਲਾਨ ਦਿੱਤੇ ਗਏ ਨੇ, ਪਰ ਕਾਂਗਰਸ ਹਾਲੇ ਵੀ ਫਾਡੀ ਚੱਲ ਰਹੀ ਹੈ, ਕਿਉਂਕਿ ਉਹਨਾਂ ਦੇ ਵੱਲੋਂ ਹਾਲੇ ਇੱਕ ਵੀ ਜਿਹੜਾ ਉਮੀਦਵਾਰ ਨਹੀਂ ਐਲਾਨਿਆ ਗਿਆ ਤੇ ਟਿਕਟਾਂ ਨੂੰ ਲੈ ਕੇ ਖਿਲਾਰਾ ਵੀ ਪੂਰੇ ਤਰੀਕੇ ਦੇ ਨਾਲ ਪਿਆ ਹੋਇਆ। ਇੱਕ ਪਾਸੇ ਕਾਂਗਰਸ ਇਹ ਵੀ ਗੱਲ ਕਹਿ ਰਹੀ ਹੈ ਕਿ ਇਸ ਵਾਰ ਨਵੇਂ ਚਿਹਰਿਆਂ ਤੇ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤਾ ਜਾਊਗਾ, ਤੇ ਉੱਥੇ ਹੀ ਪੁਰਾਣੇ ਚਿਹਰੇ ਆ ਇਸ ਤੋਂ ਨਾਰਾਜ਼ ਵੀ ਚੱਲ ਰਹੇ ਨੇ, ਤੇ ਕੁਝ ਪੁਰਾਣੇ ਚਿਹਰਿਆਂ ਦੀ ਚਰਚਾ ਇਹ ਵੀ ਹੈ ਕਿ ਬੀਜੇਪੀ ਜਾਂ ਕੁਝ ਹੋਰ ਵੱਡੀਆਂ ਪਾਰਟੀਆਂ ਦੇ ਵਿੱਚ ਜਾ ਸਕਦੇ ਨੇ। ਸਾਡੇ ਨਾਲ ਇੱਕ ਨੌਜਵਾਨ ਚਿਹਰਾ ਮਨਸਿਮਰਤ ਸਿੰਘ ਸ਼ਹਿਰੀ ਰਿਆੜ, ਜਿਹੜਾ ਸਿੱਧੂ ਪਰਿਵਾਰ ਦੇ ਬਹੁਤ ਨੇੜੇ ਵੀ ਹੈ ਤੇ ਸਨੌਰ ਹਲਕੇ ਤੋਂ ਆਪਣੀ ਦਾਅਵੇਦਾਰੀ ਵੀ ਠੋਕੀ ਹੋਈ ਹੈ। ਬੇਸ਼ੱਕ ਸਨੌਰ ਹਲਕੇ ਤੋਂ ਦਾਅਵੇਦਾਰੀ ਉਹਨਾਂ ਨੇ ਠੋਕੀ ਇਸ ਲਈ ਵੀ ਹੋ ਸਕਦੀ ਹੈ ਕਿਉਂਕਿ ਸਿੱਧੂ ਪਰਿਵਾਰ ਦੇ ਨੇੜੇ ਆ, ਪਰ ਸਿੱਧੂ ਜਿਹੜੇ ਆ ਉਹ ਰੈਲੀ ਕਿਸੇ ਹੋਰ ਹੀ ਉਮੀਦਵਾਰ ਦੇ ਹੱਕ ਦੇ ਵਿੱਚ ਕਰ ਗਏ ਨੇ। ਗੱਲਬਾਤ ਕਰਾਂਗੇ ਕਿ ਆਖਰ ਹੋਇਆ ਕੀ ਹੈ, ਕੀ ਕੁਝ ਗੱਲਬਾਤ ਚੱਲ ਰਹੀ ਹੈ, ਕਿ ਹਾਲੇ ਵੀ ਉਹਨਾਂ ਦੀ ਦਾਅਵੇਦਾਰੀ ਹੈਗੀ ਹੈ ਜਾਂ ਕੋਈ ਨਾਰਾਜ਼ਗੀ ਹੈ, ਜਾਂ ਕੀ ਕੁਝ ਗੱਲਬਾਤ ਅਗਲਾ ਉਹਨਾਂ ਦੀ ਰਣਨੀਤੀ ਕੀ ਹੋਊਗੀ, ਇਸੇ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਸ਼ੈਰੀ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਸੋ ਮਚ। ਕਿਵੇਂ ਦੇਖਦੇ ਹੋ? ਲੋਕ ਤਾਂ ਜਾਣਦੇ ਹੀ ਆ, ਅਸੀਂ ਵੀ ਜਾਣਦੇ ਹਾਂ ਕਿ ਤੁਸੀਂ ਸਿੱਧੂ ਪਰਿਵਾਰ ਦੇ ਬੜੇ ਨੇੜੇ ਹੋ, ਤੇ ਪਿਛਲੀ ਇੰਟਰਵਿਊ ਮੇਰੇ ਸਹਿਯੋਗੀ ਇਮਰਾਨ ਨੇ ਤੁਹਾਡੇ ਨਾਲ ਕੀਤੀ ਸੀ ਤੇ ਉਹਦੇ ਵਿੱਚ ਵੀ ਆਪਾਂ ਇਹ ਗੱਲ ਕਹੀ ਸੀ ਕਿ ਸਿੱਧੂ ਕੋਟੇ 'ਚ ਤੁਹਾਨੂੰ ਟਿਕਟ ਮਿਲਣ ਜਾ ਰਹੀ ਹੈ, ਪਰ ਹੋਇਆ ਕਿ ਸਨੌਰ ਹਲਕੇ ਤੋਂ ਦਾਅਵੇਦਾਰੀ ਸਿੱਧੂ ਸਾਹਿਬ ਕਿਸੇ ਹੋਰ ਲਈ ਪੇਸ਼ ਕਰ ਗਏ, ਕੀ ਗੱਲ ਹੋ ਗਈ? नहीं देखो, दावेदारी नहीं पेश करके गए। सिद्धू साहब बीइंग PCC ਪ੍ਰੈਜ਼ੀਡੈਂਟ, ਉਹਨਾਂ ਨੂੰ ਤਾਂ ਕੋਈ ਵੀ ਆ ਕੇ ਵਧੀਆ ਕੈਂਡੀਡੇਟ ਹੈ ਜਿਹੜਾ ਆਪਦੇ ਦਾਅਵੇਦਾਰੀ ਪੇਸ਼ ਕਰ ਰਿਹਾ ਕਾਂਗਰਸ ਦੇ ਵਿੱਚੋਂ ਜਾਂ ਮਿਹਨਤ ਕਰ ਰਿਹਾ ਹਲਕੇ ਦੇ ਵਿੱਚ, ਉਹ ਕੋਈ ਵੀ ਆ ਕੇ ਟਾਈਮ ਮੰਗੂਗਾ ਤੇ ਸਿੱਧੂ ਸਾਹਿਬ ਮੇਰੇ ਖਿਆਲ 'ਚ ਇਹੋ ਜਿਹੇ ਲੀਡਰ ਨੇ ਕਿ ਸੱਚਾਈ ਤੇ ਜਾਣਾ ਚਾਹੁੰਦੇ ਨੇ ਕਿ ਅੱਜ ਜਿਹੜੀ ਟਿਕਟ ਕਾਂਗਰਸ ਦੇਵੇ ਉਹ ਵਿਨੇਬਿਲਿਟੀ ਦੇ ਆਧਾਰ ਤੇ ਦੇਵੇ, ਤਾਂ ਜੇ ਬੰਦਾ ਗਰਾਊਂਡ ਲੈਵਲ ਦੇ ਉੱਤੇ ਕੰਮ ਕਰੂਗਾ ਜਾਂ ਦੇਖੂਗਾ ਜਾ ਕੇ ਤਾਂ ਹੀ ਉਹਦੀ ਰਿਐਲਿਟੀ ਪਤਾ ਲੱਗੂਗੀ। ਜੇ ਆਪਾਂ ਕਿਸੇ ਤੋਂ ਪੁੱਛਦੇ ਰਹੀਏ, ਆਬਜ਼ਰਵਰਸ ਤੋਂ ਪੁੱਛੀਏ ਜਾਂ ਲੋਕਾਂ ਤੋਂ ਵੈਸੇ ਕਈ ਜਿਹੜੀਆਂ ਟੀਮ ਸਰਵੇ ਕਰਦੀਆਂ ਨੇ ਉਹਨਾਂ ਤੋਂ ਪੁੱਛ ਲਈਏ ਤੇ ਆਪ ਜਾ ਕੇ ਆਪਦੇ ਅੱਖੀ ਕੰਨੀ ਨਾ ਸੁਣੀਏ ਤਾਂ ਕਈ ਵਾਰੀ ਕਿਤੇ ਗੈਪ ਰਹਿ ਜਾਂਦਾ ਹੈ। ਤਾਂ ਮੇਰੇ ਹਿਸਾਬ ਨਾਲ ਜਿਹੜਾ ਸਿੱਧੂ ਸਾਹਿਬ ਗਏ ਨੇ ਉਹ ਉਹਨਾਂ ਨੂੰ ਟਾਈਮ ਮੰਗਿਆ, ਜੇ ਮੈਂ ਟਾਈਮ ਕੱਲ੍ਹ ਨੂੰ ਮੈਂ ਲਊਂਗਾ ਟਾਈਮ ਸਿੱਧੂ ਸਾਹਿਬ ਤੋਂ, ਮੈਨੂੰ ਵੀ ਲੱਗਦਾ ਕਿ ਮੈਨੂੰ ਡਿਨਾਈ ਨਹੀਂ ਕਰਨਗੇ, ਮੈਨੂੰ ਵੀ ਟਾਈਮ ਦੇਣਗੇ, ਮੈਨੂੰ ਵੀ ਆਪਦੀ ਤਾਕਤ ਦਿਖਾਉਣ ਦਾ ਪੂਰਾ ਮੈਂ ਸਮਝਦਾ ਕਿ ਮੈਨੂੰ ਹੱਕ ਹੈ। ਤੇ ਆਓ, ਹਾਲਾਂਕਿ ਉੱਥੇ ਸਿੱਧੂ ਸਾਹਿਬ ਇਹ ਕਹਿ ਕੇ ਵੀ ਗਏ ਆ ਕਿ ਇਸ ਰੈਲੀ ਨੂੰ ਟਿਕਟ ਪੱਕੀ ਨਾ ਸਮਝਿਆ ਜਾਵੇ। ਹਾਂ ਬਿਲਕੁਲ, ਸਿੱਧੂ ਸਾਹਿਬ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਵੀ ਨਹੀਂ, ਟਿਕਟ ਦੀ ਨਹੀਂ ਦਾਅਵੇਦਾਰੀ ਹੈ, ਪੇਸ਼ ਕੀਤੀ ਹੈ। ਜਿਵੇਂ ਦਾਅਵੇਦਾਰੀ ਮੈਂ ਸਨੌਰ ਹਲਕੇ ਤੋਂ ਪੇਸ਼ ਕੀਤੀ ਉਵੇਂ ਉਹਨਾਂ ਨੇ ਕੀਤੀ ਹੈ। ਤੇ ਸਿੱਧੂ ਸਾਹਿਬ ਤੋਂ ਜੇ ਕੋਈ ਕਾਂਗਰਸ ਦਾ ਵਰਕਰ ਜਿਹੜਾ ਅਟੁੱਟ ਮਿਹਨਤ ਕਰ ਰਿਹਾ ਹੈ, ਪਿਛਲੇ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਹੈ, ਜੇ ਕੋਈ ਵੀ ਟਾਈਮ ਮੰਗੂਗਾ ਤਾਂ ਉਹਨਾਂ ਨੂੰ ਟਾਈਮ ਮਿਲੂਗਾ। ਇਸੇ ਤਰ੍ਹਾਂ ਸਿੱਧੂ ਸਾਹਿਬ ਦੇਵੀਗੜ੍ਹ ਵਿਖੇ ਆ ਕੇ ਉਹ ਆਪਦਾ ਜਿਹੜਾ ਉਹਨਾਂ ਦੀ ਜੌਬ ਹੈ ਉਹ ਪੂਰੀ ਕਰਕੇ ਗਏ ਨੇ। ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਜਿਹੜੇ ਹੈਰੀ ਮਾਨ ਨੇ, ਇਹਨਾਂ ਦੇ ਵੱਲੋਂ ਪਿਛਲੀ ਵਾਰੀ ਵੀ ਚੋਣ ਲੜੀ ਗਈ ਇੱਥੋਂ
ਬੇਸ਼ੱਕ ਉਹ ਹਾਰ ਗਏ, ਇਸ ਵਾਰ ਫਿਰ ਉਹਨਾਂ ਨੇ ਦਾਅਵੇਦਾਰੀ ਠੋਕੀ ਹੈ। ਲਾਲ ਸਿੰਘ ਇੱਕ ਪਾਸੇ ਦਾਅਵੇਦਾਰੀ ਠੋਕ ਰਹੇ ਨੇ ਤੇ ਉੱਥੇ ਹੀ ਤੁਸੀਂ ਠੋਕ ਰਹੇ ਹੋ। ਤਜਰਬਾ ਤੁਹਾਡਾ ਬੇਸ਼ੱਕ ਛੋਟਾ ਹੋ ਸਕਦਾ ਹੈ, ਪਰ ਬੇਦਾਗ ਮਿਹਨਤੀ ਤੇ ਨੌਜਵਾਨ ਚਿਹਰੇ ਵੀ ਹੋ। ਕਿਵੇਂ ਦੇਖਦੇ ਹੋ, ਉਹਨਾਂ ਦਾ ਤਜਰਬਾ ਵੱਡਾ ਪੈ ਜਾਏਗਾ, ਭਾਰੀ ਪੈ ਜਾਏਗਾ, ਜਾਂ ਤੁਹਾਡਾ ਮਿਹਨਤੀ ਦੇ ਬੇਦਾਗ ਤੇ ਨੌਜਵਾਨ ਹੋਣਾ ਉਹਨਾਂ ਤੇ ਭਾਰੀ ਪੈ ਜਾਏਗਾ? ਨਹੀਂ ਦੇਖੋ, ਇਹ ਤਾਂ ਜਿਹੜੀ ਹੈ ਚੀਜ਼ ਬੜੀ ਸਪਸ਼ਟ ਜੀ ਹੈ ਕਿ ਜਦੋਂ ਤੁਸੀਂ ਕੋਈ ਕਿਸੇ ਚੀਜ਼ ਪਿੱਛੇ ਮਿਹਨਤ ਕਰਦੇ ਹੋ ਜਾਂ ਦਿਨ ਰਾਤ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹੋ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੋ ਸਕਦਾ ਕਿ ਥੋੜਾ ਜਿਹਾ ਡਿਲੇ ਹੋ ਜਾਏ, ਬਟ ਇਟ ਕੈਨ ਨਾਟ ਬੀ ਡਿਨਾਈਡ। ਜਿਹੜੀ ਮੇਰੀ ਮਿਹਨਤ ਹੈ ਉਹਨੂੰ ਡਿਨਾਈ ਨਹੀਂ ਕਰ ਸਕਦੇ। ਉਹ ਤਾਂ ਲੋਕ ਬੋਲ ਰਹੇ ਨੇ, ਉਹ ਲੋਕਾਂ ਨੇ ਆਨਸਰ ਦੇਣਾ ਇਸ ਚੀਜ਼ ਦਾ। ਤੇ ਜਿੱਥੇ ਗੱਲ ਮਿਹਨਤ ਦੀ ਆ, ਭਾਰੀ ਪੈਣ ਦੀ ਆ, ਉਹ ਇਹੀ ਹੈ ਕਿ ਜਿਹਦੀ ਜ਼ਿਆਦਾ ਮਿਹਨਤ ਹੋਊਗੀ, ਜਿਹੜਾ ਜ਼ਿਆਦਾ ਲੋਕਾਂ 'ਚ ਵਿਚਰਿਆ ਹੋਊਗਾ ਜਾਂ ਜਿਹੜਾ ਜ਼ਿਆਦਾ ਇਮਾਨਦਾਰ ਹੋਊਗਾ, ਉਹਨੂੰ ਲੋਕ ਭਰਮਾ ਹੁੰਗਾਰਾ ਦੇਣਗੇ। ਐਤਕੀ ਪਾਰਟੀ ਤੇ ਨਹੀਂ, ਕਿਰਦਾਰ ਤੇ ਵੋਟ ਪੈਣੀ ਹੈ। ਤੇ ਜਿਹੜੀ ਪਾਰਟੀ ਹੈ ਉਹ ਵੀ ਕਿਰਦਾਰ ਲੱਭ ਰਹੀ ਹੈ, ਨਾ ਕਿ ਕੋਈ ਸਰਮਾਏਦਾਰ ਅਮੀਰ ਨੇ ਜਾਂ ਕੋਈ ਪੁਰਾਣੀ ਇਲੈਕਸ਼ਨ ਲੜੇ ਨੇ ਜਾਂ ਹਾਰੇ ਨੇ ਜਾਂ ਜਿੱਤੇ ਨੇ। ਨਹੀਂ, ਤੁਸੀਂ ਇਹ ਵੀ ਸੁਣ ਰਹੇ ਹੋਵੋਗੇ ਕਿ ਜਿੱਤੇ ਹੋਏ ਕਈ ਐਮਐਲਏਸ ਦੀ ਟਿਕਟਾਂ ਕੱਟ ਰਹੀਆਂ ਨੇ ਐਤਕੀ। ਅਸੀਂ ਇਹ ਵੀ ਸੁਣਦੇ ਹਾਂ ਕਿ ਬਹੁਤ ਨੌਜਵਾਨ ਆ ਰਹੇ ਨੇ। ਨੌਜਵਾਨ ਜਿਹੜੇ ਮਿਹਨਤੀ ਨੇ ਉਹਨਾਂ ਨੂੰ ਆਬਵੀਅਸਲੀ ਦੇਣਾ ਚਾਹੀਦਾ ਹੈ, ਮੌਕਾ ਦੇਣਾ ਚਾਹੀਦਾ ਹੈ। ਜੇ ਮੌਕਾ ਦਿਓਗੇ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਥੋੜਾ ਜਿਹਾ ਡਿਫਰ ਕਰੂਗੀ। ਮੈਂ ਇਸ ਪਾਸੇ ਆ ਰਿਹਾ। ਜਿਵੇਂ ਮੈਂ 3 ਉਮੀਦਵਾਰਾਂ ਦੀ ਗੱਲ ਕੀਤੀ, ਤੁਹਾਡੀ ਗੱਲ ਕੀਤੀ, ਹੈਰੀ ਮਾਨ ਦੀ ਗੱਲ ਕੀਤੀ, ਲਾਲ ਸਿੰਘ ਦੀ ਗੱਲ ਕੀਤੀ। ਚਲੋ ਆਪਾਂ ਇਸ ਪਾਸੇ ਆਈਏ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਹੀ ਟਿਕਟ ਮਿਲਣੀ ਹੈ, ਤਾਂ ਹੋ ਸਕਦਾ ਕਿ ਲਾਲ ਸਿੰਘ ਨੂੰ ਟਿਕਟ ਨਾ ਮਿਲੇ, ਤਾਂ ਪਾਰਟੀ ਫਿਰ ਹੈਰੀ ਮਾਨ ਨੂੰ ਪਿੱਛੇ ਛੱਡ ਕੇ ਤੁਹਾਨੂੰ ਟਿਕਟ ਕਿਉਂ ਦੇਵੇ? ਦੇਖੋ, ਮੈਨੂੰ ਇੱਕ ਤਾਂ ਬਹੁਤ ਵੱਡਾ ਫੈਕਟਰ ਇਹ ਹੈ ਕਿ ਮੈਂ ਬੀਇੰਗ ਅ ਯੰਗ, ਮੈਂ ਕਈ ਚੀਜ਼ਾਂ ਇਹ ਜਿਹੀਆਂ ਐਕਸਪਲੋਰ ਕਰ ਲਈਆਂ ਹਲਕੇ ਦੇ ਵਿੱਚ। ਮੈਂ 1.5 ਸਾਲ ਤੋਂ ਹਲਕੇ ਦੇ ਵਿੱਚ ਕੰਟੀਨਿਊਸਲੀ ਵਿਚਰ ਰਿਹਾ। ਮੈਂ ਇਹ ਜਿਹੀਆਂ ਕਾਰਨਰਸ ਤੇ ਜਾ ਚੁੱਕਿਆ ਹਲਕੇ ਦੇ, ਇਹ ਜਿਹੇ ਪਿੰਡਾਂ ਦੇ ਵਿੱਚ ਜਾ ਚੁੱਕਿਆ ਜਿੱਥੇ ਅੱਜ ਦੀ ਡੇਟ ਦੇ ਵਿੱਚ ਕੋਈ ਅਵੇਅਰਨੈਸ ਨਹੀਂ ਹੈਗੀ। ਬੱਚਿਆਂ ਨੂੰ ਕੋਈ ਚੰਗਾ ਟ੍ਰੀਟਮੈਂਟ ਨਹੀਂ ਹੈਗਾ, ਕੋਈ ਹਸਪਿਟੈਲਿਟੀ, ਕੋਈ ਹਸਪੀਟਲ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਬਸ ਇਹੀ ਗੱਲਾਂ ਤੇ ਗੱਲ ਹੁੰਦੀ ਹੈ ਕਿ ਜੀ ਸਰਕਾਰ ਦੇਣੀ ਤਾਂ ਤੁਹਾਡੀ ਸਰਕਾਰ ਨੇ ਸੀ। ਇਹ ਤਾਂ ਫਿਰ ਤੁਸੀਂ ਕੀ ਮੰਨਦੇ ਹੋ ਕਿ ਇਹ ਸਰਕਾਰ ਦੀ ਕਮੀ ਹੈ ਜਾਂ ਫਿਰ ਜਿਹੜਾ ਇੱਥੇ ਹਲਕਾ ਇੰਚਾਰਜ ਸੀ ਉਹਦੀ ਕਮੀ ਹੈ? ਦੇਖੋ, ਦੋਨਾਂ ਦੀ ਕਮੀ ਹੈ। ਜਿਹੜੀ ਜਦੋਂ ਆਪਾਂ ਮੈਂ ਇਹ ਨਹੀਂ ਕਹਿੰਦਾ ਸਰਕਾਰ ਵੱਲੋਂ ਹਲਕੇ ਦੇ ਵਿੱਚ ਪੈਸੇ ਬਹੁਤ ਆਏ ਨੇ। ਜੇ ਤੁਸੀਂ ਕਦੇ ਮਾਨ ਸਾਹਿਬ ਦਾ ਪਿਛਲੇ 5 ਸਾਲ ਦਾ ਰੋਸਟਰ ਚੱਕੋ ਹਲਕੇ ਸਨੌਰ ਦਾ, ਤੁਹਾਨੂੰ ਪਤਾ ਲੱਗੂਗਾ ਕਿ ਕਰੋੜਾਂ ਰੁਪਇਆ ਇਸ ਹਲਕੇ ਦੇ ਵਿੱਚ ਆਇਆ। ਪਰ ਜੇ ਆਪਾਂ ਉਹ ਕਰੋੜਾਂ ਰੁਪਇਆ ਸਿਰਫ ਗਲੀਆਂ ਨਾਲੀਆਂ ਬਣਾਉਣ ਤੇ ਲਾ ਦਾਂਗੇ, ਲੋਕਾਂ ਦਾ ਜਿਹੜਾ ਸਟੇਟਸ ਆਫ ਲਿਵਿੰਗ ਹੈ ਉਹਨੂੰ ਚੱਕਣ ਤੇ ਨਹੀਂ ਲਾਵਾਂਗੇ, ਲੋਕਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਤੇ ਨਹੀਂ ਖਰਚਾਂਗੇ, ਲੋਕਾਂ ਲਈ ਜਿਹੜੀਆਂ ਮੈਡੀਕਲ ਸਹੂਲਤਾਂ ਨੇ, ਕੋਈ ਹੈਲਥ ਡਿਪਾਰਟਮੈਂਟ ਦੀਆਂ ਚੀਜ਼ਾਂ ਨੇ ਉਹ ਤੇ ਨਹੀਂ ਖਰਚਾਂਗੇ, ਜਾਂ ਲੋਕਾਂ ਨੂੰ ਆਪਾਂ ਕੋਈ ਇਹੋ ਜਿਹੀ ਇੰਡਸਟਰੀ ਨਹੀਂ ਲਾ ਕੇ ਦੇ ਸਕੇ ਬਈ ਜਿਹੜੇ ਲੋਕਾਂ ਨੂੰ ਐਮਪਲੋਇਮੈਂਟ ਮਿਲਦੀ। ਜਦੋਂ ਉਹ ਪੈਸਾ ਇਹੋ ਜਿਹੀਆਂ ਚੀਜ਼ਾਂ ਤੇ ਨਹੀਂ ਲੱਗਿਆ, ਗਲੀਆਂ ਨਾਲੀਆਂ ਤੇ ਲੱਗਿਆ, ਪਰ ਉਹਨੂੰ ਤੁਸੀਂ ਡਿਵੈਲਪਮੈਂਟ ਨਹੀਂ ਨਾ ਕਹਿੰਦੇ। ਸਰਕਾਰ ਨੇ ਪੈਸੇ ਦੇਣੇ ਨੇ, ਪਰ ਜਿਹੜਾ ਅੱਗੇ ਸਨੌਰ ਹਲਕੇ ਦਾ ਨੁਮਾਇੰਦਾ ਜਿਹੜਾ ਰਿਪਰੈਜ਼ੈਂਟ ਕਰਦਾ ਸਨੌਰ ਹਲਕੇ ਨੂੰ, ਉਹਨੇ ਹੀ ਦੇਖਣਾ ਹੁੰਦਾ ਬਈ ਮੈਂ ਕਿਹੜੀ ਚੀਜ਼ ਦੇ ਉੱਤੇ ਪੈਸੇ ਲਾਉਣੇ ਨੇ। ਜੇ ਉਹ ਚੰਗੇ ਸਕੂਲ ਤੇ ਲਾਉਂਦੇ, ਯੂਨੀਵਰਸਿਟੀ ਤੇ ਲਾਉਂਦੇ, ਸਾਡੇ ਫੋਕਲ ਪੁਆਇੰਟ ਪੈਂਦਾ ਇਹਦੇ ਸਨੌਰ ਹਲਕੇ ਦੇ ਵਿੱਚ, ਫੋਕਲ ਪੁਆਇੰਟ ਨੂੰ ਐਕਸਪੈਂਡ ਕਰਦੇ। ਮੰਡੀ ਪੈਂਦੀ ਹੈ ਏਸ਼ੀਆ ਦੀ ਸਭ ਤੋਂ ਵੱਡੀ, ਬਿਗੇਸਟ ਮੰਡੀ ਏਸ਼ੀਆ ਦੀ। ਤੁਹਾਡੇ ਕਹਿਣ ਦਾ ਭਾਵ ਹੈ ਤੁਹਾਡੇ ਹਲਕਾ ਇੰਚਾਰਜ ਨੇ ਇੱਥੇ ਕੰਮ ਨਹੀਂ ਕਰਵਾਏ? ਨਹੀਂ, ਦੇਖੋ, ਕੰਮ ਕਰਾਏ, ਬਟ ਮੈਂ ਨਹੀਂ ਕਹਿੰਦਾ ਕੰਮ ਨਹੀਂ ਕਰਾਏ, ਕੰਮ ਕਰਾਏ, ਬਟ ਉਹ ਕੰਮਾਂ ਦਾ ਇੱਕ ਤਰੀਕਾ ਹੈ। ਮਤਲਬ ਤਰੀਕਾ ਨਹੀਂ ਲਾ ਲਓ, ਉਹਦੀ ਇੱਕ ਉਹਨਾਂ ਨੇ ਸੋਚਿਆ ਕਿ ਗਲੀਆਂ ਨਾਲੀਆਂ ਪੁਲ ਬਣਾ ਕੇ ਡਿਵੈਲਪਮੈਂਟ ਹੈ, ਬਟ ਮੇਰੇ ਆਪਦੀ ਸੋਚਣੀ ਹੈ, ਮੇਰੀ ਸੋਚਣੀ ਹੋਰ ਹੈ। ਮੇਰੀ ਸੋਚਣੀ ਹੈ ਕਿ ਡਿਵੈਲਪਮੈਂਟ ਹੈ ਜਦੋਂ ਤੁਹਾਡੇ ਲੋਕ ਚੰਗੀ ਐਜੂਕੇਸ਼ਨ ਲੈਣ, ਚੰਗਾ ਪੜ੍ਹਨ, ਇੱਥੇ ਹੀ ਪਲੇਸਮੈਂਟ ਲੈਣ, ਇੱਥੇ ਹੀ ਕੰਮ ਹੋਵੇ। ਪਰ ਆਪਾਂ ਦੇਖਦੇ ਹਾਂ ਕਿ ਆਪਣੇ ਲੋਕਾਂ ਦੀ ਹਲੇ ਸੋਚ, ਪਿੰਡਾਂ ਵਾਲਿਆਂ ਦੀ, ਬਹੁਤ ਸਾਰੇ ਜਿਹੜੇ ਮੁੰਡੇ ਪੜ੍ਹ ਲਿਖ ਜਾਂਦੇ ਆ, ਜਿਵੇਂ ਤੁਸੀਂ ਆ, ਹੋਰ ਵੀ ਬਹੁਤ ਸਾਰੇ ਲੋਕ ਆ, ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਪਰ ਬਹੁਤ ਸਾਰੇ ਲੋਕ ਮੰਗ ਹੀ ਗਲੀਆਂ ਨਾਲੀਆਂ ਦੀ ਕਰਦੇ ਆ। ਤਾਂ ਫਿਰ ਉੱਥੇ ਵੀ ਕੀ ਕਰ ਸਕਦਾ ਬੰਦਾ? ਦੇਖੋ, ਗਲੀਆਂ ਨਾਲੀਆਂ ਦਾ ਬੇਸਿਕ ਜਿਹੜੀ ਡਿਵੈਲਪਮੈਂਟ ਦਾ ਪਾਰਟ ਲਾ ਲਓ, ਉਹ ਤਾਂ ਗਲੀਆਂ ਨਾਲੀਆਂ ਹੈਗੀਆਂ ਹੀ ਨੇ। ਹੁਣ ਅੱਜ ਆਪਾਂ 2021 ਚ ਜੀ ਰਹੇ ਆ, 2021 ਦੇ ਵਿੱਚ ਖਤਮ ਹੋ ਗਿਆ, ਅੱਜ ਲਾਸਟ ਦਿਨ ਹੈ, ਤੇ ਤੁਸੀਂ ਲਾ ਲਓ ਬਈ 2021 ਤੱਕ ਆਪਾਂ ਜੇ ਗਲੀਆਂ ਨਾਲੀਆਂ ਹੀ ਨਹੀਂ ਬਣਾ ਸਕੇ, ਫਿਰ ਆਪਾਂ ਅੱਗੇ ਕੀ ਸੋਚਦੇ ਆ? ਦੇਸ਼ ਦੀ ਆਜ਼ਾਦੀ ਨੂੰ ਇੰਨੇ ਸਾਲ, ਮੈਂ ਅੱਜ ਪੜ੍ਹ ਰਿਹਾ ਸੀਗਾ, ਜਾਪਾਨ ਨੇ ਡਿਲੀਵਰੀ ਟ੍ਰੇਨ ਚਲਾਤੀ ਹੈ। ਜਾਪਾਨ
ਜਾਪਾਨ ਨੇ ਕਿਹੋ ਜਿਹੀਆਂ ਟ੍ਰੇਨਸ ਉੱਡਣ ਵਾਲੀਆਂ ਕਾਰਾਂ ਬਣਾਤੀਆਂ ਜਾਪਾਨ ਨੇ, ਬਿਲਕੁਲ ਹੈ ਚਾਈਨਾ ਦੇ ਵਿੱਚ ਤੁਸੀਂ ਲਾ ਲਓ ਵੀ ਕਿਹੜੀ ਟੈਕਨੋਲੋਜੀ ਹੈ ਜਿਹੜੀ ਨਹੀਂ ਹੈਗੀ, ਤੇ ਆਪਣੇ ਹਿੰਦੁਸਤਾਨ 'ਚ ਕੀ ਹੈ? ਆਪਣਾ ਹਿੰਦੁਸਤਾਨ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ। ਆਪਣਾ ਹਿੰਦੁਸਤਾਨ ਹਜੇ ਤੱਕ ਫਾਰਮਰਸ ਜਿਹੜੇ ਨੇ ਸੜਕਾਂ ਤੇ ਤੁਹਾਡੇ ਸਾਹਮਣੇ ਬੈਠੇ ਸੀਗੇ, ਸਾਲ ਹੋ ਗਿਆ, 1 ਸਾਲ ਫਾਰਮਰਸ ਨੂੰ ਸੜਕਾਂ ਤੇ ਬਿਠਾਇਆ ਜਾਂਦਾ ਹੈ, ਫਿਰ ਆਪਣੀ ਪਾਰਟੀ ਦੇ ਫਾਇਦੇ ਲਈ ਉਹਨਾਂ ਦਾ ਬਿੱਲ ਰੱਦ ਕੀਤਾ ਜਾਂਦਾ ਹੈ, ਹਜੇ MSP ਤੱਕ ਦਾ ਕੁਝ ਨਹੀਂ ਪਤਾ। ਆਪਾਂ ਕਿੱਥੇ ਤੱਕ ਸੋਚ ਰਹੇ ਹਾਂ? ਫਿਰ ਆਪਣਾ ਯੂਥ ਛੱਡ ਕੇ ਜਾਊਗਾ ਹੀ। ਸਰਵੇ ਹੋਏ ਸੀ, ਕਹਿੰਦੇ ਕਿ ਟਿਕਟਾਂ ਦੇਣ ਵਾਸਤੇ ਸਿੱਧੂ ਸਾਹਿਬ ਵੀ ਕਹਿੰਦੇ ਸੀ ਕਿ ਸਾਡਾ ਇੱਕ ਕ੍ਰਾਈਟੇਰੀਆ ਹੈਗਾ ਟਿਕਟਾਂ ਦੇਣ ਦੇ ਬਾਰੇ, ਸਰਵੇ ਹੋਇਆ ਸੀ, ਉਹਦੇ ਵਿੱਚ ਤੁਸੀਂ ਕਿੱਥੇ ਸਟੈਂਡ ਕੀਤੇ? ਦੇਖੋ ਸਰਵੇ ਤਾਂ ਬਾਈ ਜੀ, ਟੂ ਬੀ ਵੈਰੀ ਓਨੈਸਟ, ਸਰਵੇ ਤਾਂ ਹੁਣ ਨਾ ਤਾਂ ਕਿਸੇ ਨੂੰ ਸਰਵੇ ਦੀ ਰਿਪੋਰਟ ਪਤਾ ਹੈ ਤੇ ਨਾ ਹੀ ਮੈਂ ਕੋਈ ਇਦਾਂ ਦਾ ਕੋਈ ਮੇਰਾ ਲਿੰਕ ਹੈ ਕਿ ਮੈਂ ਜਾ ਕੇ ਸਰਵੇ ਰਿਪੋਰਟ ਖੋਲ ਕੇ ਦੇਖ ਸਕਦਾ ਕਿ ਕਿੱਥੇ ਤੱਕ ਸਟੈਂਡ ਹੋਇਆ। ਮੈਂ ਤਾਂ ਲੋਕਾਂ ਵਾਸਤੇ ਕੰਮ, ਉਹ ਕਹਿੰਦੇ ਨੇ ਨੇਕੀ ਕਰ ਕੂਏ ਮੈਂ ਡਾਲ, ਮੈਂ ਤਾਂ ਲੋਕਾਂ ਵਾਸਤੇ ਕੰਮ ਕੀਤਾ ਤੇ ਮੈਂ ਉਸ ਤੋਂ ਬਾਅਦ ਜੇ ਕੋਈ ਆਉਂਦਾ ਮੈਂ ਕੰਮ ਕਰ ਦਿੰਦਾ। ਤੁਸੀਂ ਹੁਣ ਦਫ਼ਤਰ ਆਏ ਸੀਗੇ, 50 ਜਾਣੇ ਬੈਠੇ ਸੀਗੇ ਤੇ ਉਹਨਾਂ ਦਾ ਕੰਮ ਸੀਗਾ ਛੋਟਾ ਜਿਹਾ, ਉਹ ਕਰਤਾ, ਉਹ ਖੁਸ਼ ਹੋ ਕੇ ਘਰੇ ਚਲੇ ਗਏ। ਬਸ ਇਹੀ ਚੀਜ਼ਾਂ ਮੈਂ ਸਾਰਾ ਦਿਨ ਕਰਦਾ ਰਹਿਣਾ। ਬਾਕੀ ਜਿਹੜੀ ਸਰਵੇ ਹੈ ਉਹ ਲੋਕਾਂ ਨੇ, ਜਦੋਂ ਲੋਕਾਂ ਦੇ ਵਿੱਚ ਸਰਵੇ ਗਿਆ ਹੋਣਾ, ਉਹਨਾਂ ਨੇ ਰਿਪੋਰਟ ਦੇਣੀ ਹੈ, ਉਹਨਾਂ ਦੇ ਹੱਥ ਹੈ ਚੰਗਾ ਹੈ ਮਾੜਾ ਹੈ, ਉਹਨਾਂ ਨੇ ਦੇਖਣਾ ਜੇ ਅੱਜ ਤੱਕ ਮੈਂ ਲੋਕਾਂ ਦੇ ਕੰਮ ਕੀਤੇ ਨੇ ਬਿਨਾਂ ਪੈਸੇ ਤੋਂ, ਬਿਨਾਂ ਕਿਸੇ ਲਾਲਚ ਤੋਂ, ਤੇ ਇਹ ਉਹਨਾਂ ਨੇ ਫਿਰ ਸਰਵੇ ਵਾਲਿਆਂ ਨੂੰ ਜਵਾਬ ਦੇਣਾ। ਇਹਦੇ ਵਿੱਚ ਮੈਨੂੰ ਲੱਗਦਾ ਕਿਵੇਂ ਦੇਖਦੇ ਹੋ ਸਿੱਧੂ ਸਾਹਿਬ ਉੱਥੇ ਜਾ ਕੇ ਇਹ ਵੀ ਗੱਲ ਕਹਿ ਕੇ ਆਏ ਕਿ ਐਤਕੀ ਹੈਰੀ ਮਾਨ ਹਰਦਾ ਨਹੀਂ, ਇਹਦਾ ਮਤਲਬ ਤੁਸੀਂ ਕੀ ਸਮਝ ਸਕਦੇ ਹੋ? ਦੂਜੀ ਗੱਲ ਇਹ, ਕਿਤੇ ਮਨ ਦੇ ਵਿੱਚ ਕੋਈ ਨਾਰਾਜ਼ਗੀ ਤਾਂ ਨਹੀਂ, ਕਿਤੇ ਇਹ ਤਾਂ ਨਹੀਂ ਕਿਤੇ ਸਿੱਧੂ ਸਾਹਿਬ ਨੂੰ ਲੱਗਦਾ ਹੀ ਨਾ ਹੋਵੇ ਕਿ ਤੁਸੀਂ ਚੋਣ ਲੜਨੀ ਨਹੀਂ, ਕਿਉਂਕਿ ਤੁਸੀਂ ਕਾਫੀ ਜ਼ਿਆਦਾ ਕਰੀਬੀ ਹੋ, ਘਰ ਦੇ ਵਿੱਚ ਵੀ ਤੁਹਾਡਾ ਆਉਣਾ ਜਾਣਾ, ਕਿ ਉਹਨਾਂ ਨੂੰ ਪਤਾ ਨਹੀਂ ਕਿ ਜਿਹੜਾ ਮੇਰਾ ਨੌਜਵਾਨ ਵਰਕਰ ਹਲਕੇ ਦੇ ਵਿੱਚ ਕੰਮ ਕਰ ਰਿਹਾ ਹੈ ਉਹਨੇ ਵੀ ਜਿਹੜੀ ਟਿਕਟ ਲੜਨੀ ਹੈ ਉੱਥੋਂ, ਤੇ ਮੈਂ ਕਿਸੇ ਹੋਰ ਲਈ ਜੇ ਜਾਣਾ ਤਾਂ ਕਿਤੇ ਮਨ ਦੇ ਵਿੱਚ ਤੁਹਾਡੇ ਨਾਰਾਜ਼ਗੀ ਤਾਂ ਨਹੀਂ? ਨਹੀਂ, ਦੇਖੋ ਮੈਨੂੰ ਆਪਣੇ ਬੱਚਿਆਂ ਵਾਂਗੂ ਪਿਆਰ ਕਰਦੇ ਨੇ ਮੈਡਮ ਵੀ ਤੇ ਸਰ ਵੀ, ਕੋਈ ਇਦਾਂ ਦੀ ਗੱਲ ਨਹੀਂ। ਉਹਨਾਂ ਨੂੰ ਮੇਰੀ ਜਿਹੜੀ ਮੇਰਾ ਹਾਰਡ ਵਰਕ ਹੈ ਜਾਂ ਜਿਹੜਾ ਮੇਰਾ ਪਿਆਰ ਹੈ ਉਹਨਾਂ ਦੇ ਪ੍ਰਤੀ ਉਹ ਬਹੁਤ ਚੰਗੀ ਤਰ੍ਹਾਂ ਪਤਾ ਹੈ। ਬਾਕੀ ਜਿਹੜੀ ਗੱਲ ਹੈ ਉਹਨਾਂ ਦਾ ਜੋ ਮੈਂ ਸੈਂਸ ਕਰਦਾ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਐਤਕੀ ਸਨੌਰ ਤੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਉਹ ਹਾਰਦਾ ਨਹੀਂ, ਉਹ ਐਤਕੀ ਹਾਰੂਗਾ ਨਹੀਂ। ਜੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਪਿਛਲੇ 4000 ਤੇ ਹਾਰਿਆ, ਐਤਕੀ 40000 ਤੇ ਜਿੱਤੂਗਾ। ਉਹ ਉਹਨਾਂ ਦਾ ਕਹਿਣ ਦਾ ਮਤਲਬ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ, ਨਾ ਕਿ ਕੋਈ ਇੰਡੀਵਿਜੂਅਲ ਤਾਂ ਹੁਣ ਤੁਹਾਨੂੰ ਵੀ ਪਤਾ, ਜੇ ਕੋਈ ਬੰਦਾ ਇੰਡੀਵਿਜੂਅਲ ਲੜਦਾ ਤਾਂ ਫਿਰ ਉਹਦੀ ਕਿੰਨੀ ਕੁ ਵੋਟ ਹੁੰਦੀ ਹੈ? ਵੋਟ ਤਾਂ ਪਾਰਟੀ ਦੀ ਹੈ ਤੇ ਉਹ ਡਿਸਾਈਡ ਕਰਨਾ ਹਾਈ ਕਮਾਂਡ ਨੇ, ਸਿੱਧੂ ਸਾਹਿਬ ਨੇ, ਜਾਂ ਜਿਹੜੇ ਵੀ ਸਕਰੀਨਿੰਗ ਕਮੇਟੀ ਹੈ ਜਾਂ ਸਰਵੇਆਂ ਦੇ ਵਿੱਚ ਜੋ ਵੀ ਹੈ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ ਕਿ ਕਿਹੜਾ ਕੈਂਡੀਡੇਟ ਹੋਊਗਾ। ਬਟ ਸਿੱਧੂ ਸਾਹਿਬ ਦੇ ਜਿਹੜੇ ਬੋਲ ਨੇ ਉਹਨਾਂ ਨੂੰ ਮੇਰੇ ਅਗੇਂਸਟ ਨਾ ਲਿੱਤਾ ਜਾਵੇ, ਕਿਉਂਕਿ ਮੈਂ ਤਾਂ ਨੇੜੇ ਆ, ਮੈਂ ਤਾਂ ਇਹ ਵੀ ਸੋਚਦਾ ਵੀ ਸਿੱਧੂ ਸਾਹਿਬ ਕੋਲੇ 100 ਚੀਜ਼ਾਂ ਹੋਣਗੀਆਂ ਕੱਲ ਨੂੰ ਸਰਕਾਰ ਬਣਾਉਣ ਤੋਂ ਬਾਅਦ, ਜਿਹੜੀਆਂ ਉਹ ਮੈਨੂੰ ਦੇ ਸਕਦੇ ਨੇ, ਉਹ ਮੈਨੂੰ ਕਹਿ ਸਕਦੇ ਨੇ ਵੀ ਪੁੱਤਰਾ ਚੱਲ ਆ ਨਹੀਂ ਤਾਂ ਆ ਸਹੀ। ਬਟ ਮੇਰਾ ਸੁਪਨਾ ਹੈ ਉਹ ਇਹ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਦੇ ਦੇਖਾਂ, ਤੇ ਮੁੱਖ ਮੰਤਰੀ ਬਣਦੇ ਦੇਖ ਜਿਹੜੇ ਵਿਧਾਨ ਸਭਾ ਦੇ ਵਿੱਚ ਹੱਥ ਖੜੇ ਹੋਣ, ਉਹਦੇ ਵਿੱਚ ਇੱਕ ਹੱਥ ਮੇਰਾ ਹੋਵੇ ਸਨੌਰ ਹਲਕੇ ਤੋਂ, ਮੈਂ ਖੜਾ ਕਰਕੇ ਕਹਾਂ ਕਿ ਆ ਮੇਰਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ। ਪਰ ਇੱਕ ਗੱਲ ਇਮਾਨਦਾਰੀ ਨਾਲ ਦੱਸਿਓ, ਅੱਜ ਦੀ ਡੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਤੁਹਾਨੂੰ ਦਿਖਾਈ ਦੇ ਰਹੀ ਹੈ, ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਬੰਦੇ ਵੀ ਪੱਟੇ ਜਾ ਰਹੇ ਆ, ਭੱਜੇ ਜਾ ਰਹੇ ਆ ਬੀਜੇਪੀ ਦੇ ਵੱਲ, ਚਾਹੇ ਉਹ ਪੱਟੇ ਜਾ ਰਹੇ ਕਹਿ ਲਓ, ਚਾਹੇ ਉਹ ਬਾਹਮ ਰੋੜ ਕੇ ਕਹਿ ਲਓ, ਤਾਂ ਕੀ ਲੱਗਦਾ ਕਿ ਸਥਿਤੀ 'ਚ ਹੈਗੀ ਹੈ ਕਾਂਗਰਸ ਸਰਕਾਰ ਬਣਾਉਣ ਦੀ? ਦੇਖੋ ਇਹਦਾ ਮੈਂ ਤੁਹਾਨੂੰ ਦੱਸੂਗਾ ਕਿ ਬਿਲਕੁਲ ਹੈਗੀ ਹੈ। ਉਹਦਾ ਹਾਈ ਕਮਾਂਡ ਨੂੰ ਇੱਕ ਹੱਲ ਕਹਿੰਦੇ ਨਾ ਆਪਾਂ, ਉਹਦਾ ਇੱਕ ਹੱਲ ਹੈ ਜਿਹੜਾ ਹਾਈ ਕਮਾਂਡ ਨੂੰ ਕਰਨਾ ਪਊਗਾ। ਹਾਈ ਕਮਾਂਡ ਨੂੰ ਇਹ ਡਿਸੀਜਨ ਲੈਣਾ ਪਊਗਾ ਚੋਣਾਂ ਤੋਂ ਪਹਿਲਾਂ ਕਿ ਸਾਡਾ ਆਉਣ ਵਾਲਾ 2022 ਦਾ ਮੁੱਖ ਮੰਤਰੀ ਕੌਣ ਹੋਊਗਾ। ਨਹੀਂ, ਪਰ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਕਿ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਦੇਾਂਗੇ। ਨਹੀਂ, ਦੇਣਾ ਪਊਗਾ। ਜੇ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਦੇ ਜਿਹਨੇ ਕਰਤਾਰਪੁਰ ਕੋਰੀਡੋਰ ਇੱਕ ਜੱਫੀ ਦੇ ਨਾਲ ਖਲਵਾਤਾ, ਜਿਹੜਾ ਸਾਰਾ ਕੁਝ ਆਪਦਾ ਵਾਰ ਕੇ
ਪੰਜਾਬ ਲਈ ਖੜਾ ਹੈ, ਪੰਜਾਬੀਅਤ ਲਈ ਖੜਾ ਹੈ, ਜਿਹੜਾ 30 ਤੋਂ 40 ਕਰੋੜ ਰੁਪਇਆ ਸਾਲਾਨਾ ਇਨਕਮ ਆਪਦੀ ਟੀਵੀ ਵਾਲੀ ਛੱਡ ਕੇ ਪੰਜਾਬੀਆਂ ਲਈ ਖੜਾ ਹੈ, ਜਿਹੜਾ ਹੱਕ ਸੱਚ ਦਾ ਹੋਕਾ ਦਿੰਦਾ ਹੈ। ਜੇ ਇਹ ਜਿਹਾ ਇਮਾਨਦਾਰ ਆਪਾਂ ਨੇਤਾ ਨੂੰ ਅਨਾਉਂਸ ਕਰਾਂਗੇ ਚਿਹਰਾ, ਤਾਂ ਉਹ ਤੋਂ ਬਾਅਦ ਲੋਕ ਆਟੋਮੈਟਿਕਲੀ ਇਹ ਚੀਜ਼ ਸਮਝਣਗੇ ਕਿ ਜੇ ਸਾਡਾ ਕੋਈ ਸੁਧਾਰ ਕਰ ਸਕਦਾ ਹੈ ਪੰਜਾਬ ਦੇ ਵਿੱਚ, ਪੰਜਾਬ ਨੂੰ ਡੈਟ ਫ੍ਰੀ ਕਰ ਸਕਦਾ ਹੈ, ਜਾਂ ਜਿਹੜਾ ਪੰਜਾਬ ਮਾਡਲ ਸਿੱਧੂ ਸਾਹਿਬ ਦੱਸ ਰਹੇ ਨੇ ਉਹ ਜੇ ਕੋਈ ਲਾਗੂ ਕਰ ਸਕਦਾ ਹੈ, ਉਹ ਕੇਵਲ ਇੱਕੋ ਹੀ ਇਨਸਾਨ ਹੈ, ਸਰਦਾਰ ਨਵਜੋਤ ਸਿੰਘ ਸਿੱਧੂ। ਤੇ ਇਹ ਇਸੇ ਲਈ ਜੇ ਮੰਨ ਲਓ ਆਪਦੇ ਫੈਸਲੇ ਤੇ ਡਟੀ ਰਹਿੰਦੀ ਹੈ ਹਾਈ ਕਮਾਨ, ਜੋ ਕਿ ਲੱਗ ਵੀ ਰਿਹਾ ਤੇ ਉਹ ਵੀ ਇਦਾਂ ਹੀ ਰਿਹਾ ਕਿ ਕਾਂਗਰਸ ਹਾਈ ਕਮਾਨ ਸੀਐਮ ਚਿਹਰਾ ਅਨਾਉਂਸ ਨਹੀਂ ਕਰੂ, ਫਿਰ ਦੇਖੋ ਫਿਰ ਕਿਤੇ ਨਾ ਕਿਤੇ ਥੋੜਾ ਬਹੁਤਾ ਜਦੋਂ ਤੱਕ ਸਰਦਾਰ ਨਵਜੋਤ ਸਿੰਘ ਸਿੱਧੂ ਹੈਗੇ ਨੇ, ਜਿਵੇਂ ਉਹ ਚੋਣ ਪ੍ਰਚਾਰ ਕਰ ਰਹੇ ਨੇ ਤੇ ਜਿਵੇਂ ਲੋਕਾਂ ਦੇ ਵਿੱਚ ਜਾ ਰਹੇ ਨੇ, ਜਿਵੇਂ ਕੈਂਡੀਡੇਟਸ ਨੂੰ ਪਿਕ ਕਰ ਰਹੇ ਨੇ, ਉਸ ਤਰੀਕੇ ਨਾਲ ਦੇਖੋ ਹਾਰ ਤਾਂ ਨਹੀਂ ਹੁੰਦੀ ਕਾਂਗਰਸ ਦੀ, ਨਾ ਹਾਰ ਸਕਦੀ ਹੈ, ਕਿਉਂਕਿ ਇਹ ਲੋਕ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਅਕਸ ਨੂੰ ਪਿਆਰ ਕਰਦੇ ਨੇ, ਉਹ ਤੇ ਵਿਸ਼ਵਾਸ ਕਰਦੇ ਨੇ। ਕੋਈ ਇਹੋ ਜਿਹਾ ਲੀਡਰ ਅੱਜ ਤੱਕ 1947 ਤੋਂ ਬਾਅਦ ਇਹੋ ਜਿਹਾ ਨਹੀਂ ਹੋਇਆ ਕਿ ਲੋਕਾਂ ਨੇ ਉਹ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਹੋਵੇ। ਇੱਕੋ ਹੀ ਇੱਕ ਜੜ ਦਾ ਪੁੱਤ, ਇੱਕੋ ਹੀ ਇੱਕ ਨਵਜੋਤ ਸਿੰਘ ਸਿੱਧੂ ਇਹੋ ਜਿਹੇ ਤੁਸੀਂ ਲਾ ਲਓ ਵੀ ਨੇਤਾ ਨੇ ਨਿਡਰ, ਜਿਹੜੇ ਬਿਨਾਂ ਕਿਸੇ ਡਰ ਤੋਂ, ਨਾ ਕਿਸੇ ਈਡੀ ਦਾ ਡਰ, ਨਾ ਸ਼ੀਡੀ ਦਾ ਡਰ, ਨਾ ਵਿਜੀਲੈਂਸ ਦਾ ਡਰ, ਲੋਕਾਂ ਲਈ ਕੰਮ ਕਰ ਰਹੇ ਨੇ 24/7, ਆਪਦੀ ਸਿਹਤ ਨੂੰ ਵੀ ਪਿੱਛੇ ਰੱਖ ਕੇ 24/7 ਪੰਜਾਬ ਲਈ ਤੁਰੇ ਹੋਏ ਨੇ ਕਿ ਮੈਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਵੇਂ ਬਣਾ ਦਾਂ, ਉਸ ਲੀਕ ਤੇ ਕਿਵੇਂ ਲੈ ਆਵਾਂ ਜਿੱਥੇ ਪੰਜਾਬ ਨੂੰ ਹੋਣਾ ਚਾਹੀਦਾ। ਲੀਡਰ ਸ਼ਹਿਰੀ ਜੀ ਪਾਰਟੀ ਛੱਡ ਕੇ ਜਾ ਰਹੇ ਨੇ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਚਾਹੇ ਉਹ ਬਾਹ ਮਰੋੜ ਕੇ ਲੈ ਜਾ ਰਹੇ ਹੋਣ, ਚਾਹੇ ਵੈਸੇ ਜਾ ਰਹੇ ਹੋਣ। ਸਿੱਧੂ ਸਾਹਿਬ ਦਾ ਕਹਿਣਾ ਹੈ ਤੇ ਹੋਰ ਵੀ ਬਹੁਤ ਸਾਰੇ ਲੀਡਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਸੀ ਉਹ ਲੋਕ ਪਾਰਟੀਆਂ ਬਦਲ ਕੇ ਗਏ ਨੇ, ਜਿਨ੍ਹਾਂ ਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ ਉਹ ਗਏ ਨੇ। ਮੈਂ ਕਹਿਣਾ ਨਹੀਂ ਚਾਹੁੰਦਾ, ਗੁੱਸਾ ਨਾ ਕਰੋ, ਰੱਬ ਨਾ ਕਰੇ ਜੇ ਤੁਹਾਨੂੰ ਟਿਕਟ ਨਾ ਮਿਲੇ ਤਾਂ ਫਿਰ ਕੀ ਸ਼ਹਿਰੀ ਰਿਆੜ ਦਾ ਕੀ ਅਗਲਾ ਐਕਸ਼ਨ ਹੋਊਗਾ? ਕੀ ਸ਼ਹਿਰੀ ਰਿਆੜ ਵੀ ਪਾਰਟੀ ਛੱਡ ਦੇਣਗੇ ਜਾਂ ਕਿਸੇ ਹੋਰ ਪਾਰਟੀ ਜਾਣਗੇ ਟਿਕਟ ਲੈਣ ਦੇ ਲਈ? ਦੇਖੋ ਪਹਿਲੀ ਗੱਲ ਤਾਂ ਮੈਂ ਜਿਹੜਾ ਕੰਮ ਕਰਦਾ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਕਰਕੇ ਕਰਦਾ, ਉਹਨਾਂ ਦੇ ਵਾਸਤੇ ਕਰਦਾ, ਕਿਉਂਕਿ ਉਹਨਾਂ ਦੀ ਅੱਜ ਤੱਕ ਜਿੰਨੇ ਪਿੰਡਾਂ ਦੇ ਵਿੱਚ ਗਿਆ ਮੈਂ ਉਹਨਾਂ ਦੀ ਆਈਡੀਓਲੋਜੀ ਦੇ ਉੱਤੇ ਬੋਲਿਆ, ਉਹਨਾਂ ਦੀ ਆਈਡੀਓਲੋਜੀ ਤੇ ਮੈਂ ਲੋਕਾਂ ਨੂੰ ਦੱਸਿਆ ਕਿ ਇਹ ਰੋਡ ਮੈਪ ਹੈ ਸਾਡੇ ਸਰਦਾਰ ਦਾ, ਉਹ ਤੋਂ ਜੇ ਰੋਡ ਮੈਪ ਲਾਗੂ ਹੋਊਗਾ ਤਾਂ ਹੀ ਆਪਣੀ ਅਗਲੀ ਪਨੀਰੀ ਬਚ ਸਕਦੀ ਹੈ। ਦੂਜੀ ਗੱਲ, ਮੈਂ ਕਾਂਗਰਸ ਦੇ ਯੂਥ ਕਾਂਗਰਸ 'ਚ ਕੰਮ ਕਰਦਾ, ਕਾਂਗਰਸ ਨਾਲ ਅਟੈਚਡ ਆ। ਯੂਥ ਕਾਂਗਰਸ ਦੇ ਵਿੱਚ ਹੁਣ ਮੈਨੂੰ ਜੁਆਇੰਟ ਸੈਕਟਰੀ ਬਣਾਇਆ ਸੀ, ਉਹ ਲਿਸਟ ਰੁਕ ਗਈ ਸੀਗੀ, ਬਟ ਸਟਿਲ ਮੈਂ ਮੰਨਦਾ ਕਿ ਉਹ ਲਿਸਟ ਆਊਗੀ ਤੇ ਆਪਣਾ ਨਾਮ ਹੋ ਗਈ ਉਹਦੇ ਵਿੱਚ। ਤੇ ਉਹਦੇ ਲਈ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਤੇ ਕਾਂਗਰਸ ਨਾਲ ਅਟੈਚ ਸੀ ਤੇ ਹਮੇਸ਼ਾ ਰਹੂੰਗਾ, ਕਿਉਂਕਿ ਸਾਡੀ ਬਾਹ ਤਾਂ ਕੋਈ ਮਰੋੜ ਨਹੀਂ ਸਕਦਾ, ਸਾਡੇ ਤੇ ਤਾਂ ਕੋਈ ਈਡੀ ਦਾ ਪਰਚਾ ਪਾ ਨਹੀਂ ਸਕਦਾ। ਹਾਂ, ਜਿੱਥੇ ਤੱਕ ਕੈਰੀਅਰ ਦੀ ਸਵਾਲ ਹੈ, ਉਹ ਜਦੋਂ ਸਿੱਧੂ ਸਾਹਿਬ ਕੋਈ ਇਹੋ ਜਿਹੀ ਚੇਅਰ ਤੇ ਬੈਠੇ ਹੋਣਗੇ ਤਾਂ ਸਾਡਾ ਨੰਬਰ ਤਾਂ ਆਟੋਮੈਟਿਕਲੀ ਲੱਗਣਾ ਹੀ ਆ, ਕਿਉਂਕਿ ਅਸੀਂ ਮਿਹਨਤ ਵੀ ਕਰ ਰਹੇ ਹਾਂ ਤੇ ਲੋਕਾਂ ਦੇ ਵਿੱਚ ਜਾ ਵੀ ਰਹੇ ਹਾਂ, ਲੋਕਾਂ ਦੀ ਆਵਾਜ਼ ਵੀ ਬਣ ਰਹੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੀ ਬੰਦਾ ਅੱਜ ਦੀ ਡੇਟ 'ਚ ਆਪਦੀ ਪਾਰਟੀ ਨੂੰ, ਪਾਰਟੀ ਇੱਕ ਮਾਂ ਕਹਿੰਦੇ ਨੇ ਸਾਰੇ ਲੀਡਰ, ਆਪਦੀ ਮਾਂ ਨੂੰ ਛੱਡ ਕੇ ਜੇ ਦੂਜੇ ਦੇ ਪਾਰਟੀ 'ਚ ਜਾਊਗਾ ਤਾਂ ਉਹ ਮੇਰੇ ਖਿਆਲ 'ਚ ਆਉਣ ਵਾਲੇ ਟਾਈਮ 'ਚ ਜ਼ੀਰੋ ਹੋ ਜਾਣਗੇ, ਉਹਨਾਂ ਦੇ ਘਰ ਦੇ ਹੀ ਵਿਸ਼ਵਾਸ ਨਹੀਂ ਕਰਨਗੇ। ਹੁਣ ਰੈਲੀ ਤੁਸੀਂ ਵੀ ਕਰਾ ਰਹੇ ਹੋ ਫਿਰ ਨਵਜੋਤ ਸਿੰਘ ਸਿੱਧੂ ਦੀ? ਮੈਂ ਕੋਸ਼ਿਸ਼ ਕਰੂੰਗਾ, ਸਿੱਧੂ ਸਾਹਿਬ ਨਾਲ ਮਿਲੂੰਗਾ ਹੁਣ ਇੱਕ ਅੱਧੇ ਦਿਨ 'ਚ, ਟਰਾਈ ਕਰੂੰਗਾ ਕਿ ਮੈਨੂੰ ਟਾਈਮ ਦੇਣ ਉਹ, ਜੇ ਮੈਨੂੰ ਉਹ ਟਾਈਮ ਦੇਣਗੇ ਤਾਂ ਡੈਫੀਨੇਟਲੀ ਮੈਂ ਹੁਣ। ਫਿਰ ਇਲਾਕੇ ਦੇ ਲੋਕ ਕੀ ਸੋਚਣਗੇ ਕਿ ਸਿੱਧੂ ਸਾਹਿਬ ਪਹਿਲਾਂ ਉਧਰ ਰੈਲੀ ਕਰਕੇ ਗਏ, ਹੁਣ ਇੱਧਰ ਰੈਲੀ ਕਰਕੇ ਗਏ, ਕੀ ਸੋਚਣਗੇ, ਕੀ ਲੋਕਾਂ ਦੇ ਮਨ ਦੇ ਵਿੱਚ ਆਊ? ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ। ਇਲਾਕੇ ਦੇ ਲੋਕ ਤਾਂ ਚਾਹੁੰਦੇ ਨੇ, ਕਈ ਇਲਾਕੇ ਦੇ ਲੋਕ ਚਾਹੁੰਦੇ ਕਾਂਗਰਸ ਨੂੰ, ਇੱਕ ਵਧੀਆ ਕੈਂਡੀਡੇਟ ਚਾਹੁੰਦੇ ਨੇ ਕਿ ਸਾਡੇ ਹਲਕੇ ਦਾ ਹੋਵੇ, ਸਾਡੇ ਪਿੰਡਾਂ 'ਚ ਰਹਿੰਦਾ ਹੋਵੇ ਤੇ ਈਜ਼ੀ ਅਵੇਲੇਬਲ ਹੋਵੇ, ਜਦੋਂ ਮਰਜ਼ੀ ਅਸੀਂ ਚਾਹੀਏ ਉਹਦਾ ਡੋਰ ਨੌਕ ਕਰਕੇ ਉਹਦੇ ਘਰੇ ਜਾ ਸਕੀਏ, ਜਾਂ ਸਾਡੇ ਕੋਈ ਸੁੱਖ ਦੁੱਖ ਹੋਵੇ ਉਹ 5 ਮਿੰਟਾਂ ਦੇ ਅੰਦਰ ਆ ਸਕੇ, ਜਾਂ ਕਦੇ ਵੀ ਕਿਸੇ ਨੂੰ ਮੈਨੂੰ ਉਹਨਾਂ ਦੀ ਲੋੜ ਹੋਵੇ, ਉਹਨਾਂ ਨੂੰ ਮੇਰੀ ਲੋੜ ਹੋਵੇ, ਅਸੀਂ ਇੱਕ ਦੂਜੇ ਲਈ ਖੜੇ ਹੋਈਏ। ਇਹ ਜਿਹਾ ਕੈਂਡੀਡੇਟ ਚਾਹੁੰਦੇ ਨੇ। ਕਾਂਗਰਸ ਦੇ
ਸਾਡੇ ਵਰਕਰ ਨੇ ਜਿਹੜੇ ਮੇਨਲੀ ਸਾਡਾ ਸਨੌਰ ਹਲਕਾ ਜਿਹੜਾ ਕਾਂਗਰਸ ਵਰਕਰ ਮਤਲਬ ਕਾਂਗਰਸੀ ਹਲਕਾ ਮੰਨਿਆ ਜਾਂਦਾ ਹੈ। ਇੱਕ ਵਾਰੀ ਉਹ ਹਾਰਿਆ, ਹੁਣ ਨਹੀਂ ਪਿਛਲੇ ਕਈ ਸਾਲਾਂ ਲੰਬੇ ਸਮੇਂ ਤੋਂ ਕਾਂਗਰਸੀ ਹੈ। ਤੇ ਉਹ ਸਿਰਫ ਇੱਕ ਵਧੀਆ ਚਿਹਰਾ ਚਾਹੁੰਦੇ ਨੇ, ਇਮਾਨਦਾਰ ਚਿਹਰਾ ਚਾਹੁੰਦੇ ਨੇ ਜਿਹੜਾ ਉਹਨਾਂ ਦੇ ਹੱਕਾਂ ਦੀ ਗੱਲ ਕਰੇ, ਉਹਨਾਂ ਦੇ ਸਟੈਂਡਰਡ ਆਫ ਲਿਵਿੰਗ ਨੂੰ ਵਧਾ ਸਕੇ। ਤੇ ਉਹ ਤੋਂ ਬਾਅਦ ਇਹ ਜਿਹੜੀ ਆਪਾਂ ਰੈਲੀ ਕਰਨੀ ਹੈ, ਇਹ ਆਪਾਂ ਕਾਂਗਰਸ ਨੂੰ ਵੰਡਣ ਲਈ ਨਹੀਂ ਕਰ ਰਹੇ, ਇਹ ਆਪਣਾ ਜ਼ੋਰ ਦਿਖਾਉਣ ਲਈ ਜਾਂ ਹਾਈ ਕਮਾਂਡ ਨੂੰ ਦੱਸਣ ਲਈ ਕਿ ਅਸੀਂ ਨਵੇਂ ਜ਼ਰੂਰ ਹੋ ਸਕਦੇ ਹਾਂ, ਥੋੜਾ ਜਿਹਾ ਐਕਸਪੀਰੀਅੰਸ ਏਜ ਦੇ ਅਕੋਰਡਿੰਗਲੀ ਘੱਟ ਹੋ ਸਕਦਾ, ਬਟ ਅਦਰਵਾਈਜ਼ ਅਸੀਂ ਕਾਂਗਰਸ ਪਾਰਟੀ ਨੂੰ ਆਪਦੀ ਮਾਂ ਮੰਨ ਕੇ ਜਾਂ ਕਾਂਗਰਸ ਪਾਰਟੀ ਨੂੰ ਆਪਦਾ ਕਰਮ ਮੰਨ ਕੇ ਉਹਦੇ ਲਈ ਕੰਮ ਕਰ ਰਹੇ ਹਾਂ। ਇੱਕ ਤੁਸੀਂ ਨੌਜਵਾਨ ਦੀ ਗੱਲ ਕਰ ਰਹੇ ਹੋ, ਮੈਂ ਵੀ ਗੱਲ ਕਰਕੇ ਹਟਾਂ ਕਿ ਤੁਸੀਂ ਨੌਜਵਾਨ ਚਿਹਰਾ, ਜੇ ਤੁਹਾਨੂੰ ਟਿਕਟ ਮਿਲ ਵੀ ਜਾਂਦੀ ਹੈ ਤਾਂ ਤੁਹਾਡਾ ਮੁਕਾਬਲਾ ਵੀ ਨੌਜਵਾਨ ਚਿਹਰੇ ਨਾਲ ਹੀ ਹੋਊਗਾ। ਮੌਜੂਦਾ ਐਮਐਲਏ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਾਂਜੀ, ਉਹ ਵੀ ਨੌਜਵਾਨ ਤੇ ਬੇਦਾਗੀ ਹੈ ਹਾਲੇ ਤੱਕ, ਕਿਵੇਂ ਮੰਨਦੇ ਹੋ ਉਹਨਾਂ ਨਾਲ ਜੇ ਮੁਕਾਬਲਾ ਹੁੰਦਾ ਤਾਂ? ਦੇਖੋ ਮੈਂ ਕਈ ਵਾਰੀ ਇਹ ਦੇਖਿਆ ਕਿ ਬਹੁਤ ਪੁਸ਼ਿੰਗ ਨੇ ਚੰਦੂਮਾਜਰਾ ਸਾਹਿਬ, ਬਹੁਤ ਵਧੀਆ ਇਨਸਾਨ ਵੀ ਨੇ, ਮਿਲਨਸਾਰ ਨੇ, ਨੇਕ ਦਿਲ ਨੇ, ਤੇ ਬਟ ਜਿਹੜੀ ਮੇਨ ਚੀਜ਼ ਹੈ, ਸਭ ਤੋਂ ਜਿਹੜੀ ਮਾੜੀ ਚੀਜ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੀ ਸਰਕਾਰ, ਉਹਦੇ ਉਹ ਨੁਮਾਇੰਦੇ ਨੇ, ਉਹਨਾਂ ਦੀ ਜਿਹੜੀ ਪਾਰਟੀ ਹੈ, ਉਹਨਾਂ ਦੀ ਪਾਰਟੀ ਦੇ ਜਿਹੜੇ ਮੁਖੀ ਨੇ, ਉਹ ਡਰੱਗਸ, ਉਹ 10 ਸਾਲ ਤੁਹਾਨੂੰ ਵੀ ਪਤਾ ਵੀ ਡਰੱਗਸ ਦੀ ਕਿੰਨੀ ਲਹਿਰ ਚੱਲੀ ਸੀ, ਆਪਣੇ ਇੱਕ ਤਰ੍ਹਾਂ ਦੀ ਹੋਂਦ ਮਤਲਬ ਹੋਂਦ ਤੇ ਸਵਾਲ ਹੋਣ ਲੱਗੇ ਸੀ ਪੰਜਾਬ ਦੀ, ਤੇ ਉਸ ਸਰਕਾਰ ਨੂੰ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ। ਉਹਨਾਂ ਦੀ ਸਪਿਰਿਟ ਸੇਮ ਹੈ ਮੇਰੇ ਨਾਲ, ਤੇ ਉਹਨਾਂ ਦੀ ਸਪਿਰਿਟ ਸੇਮ ਹੋ ਸਕਦੀ ਹੈ, ਬਟ ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਸਿੱਖਾਂ ਦੀ ਦੋਖੀ ਪਾਰਟੀ ਹੈ। ਪੰਥ ਨੂੰ ਉਹਨਾਂ ਨੇ ਪੰਥ ਨਾਲ ਗਦਾਰੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ। ਤੇ ਜਿਹੜਾ ਆਪਾਂ ਕਹਿ ਦਈਏ ਸਭ ਤੋਂ ਵੱਡੀ ਗੱਲ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸੀਗਾ ਜਦੋਂ ਖੁੱਲਿਆ, ਉਹ ਤੋਂ ਬਾਅਦ ਉਹ ਕ੍ਰੈਡਿਟ ਲੈਣ ਲਈ ਸਭ ਤੋਂ ਅੱਗੇ, ਜਦੋਂ ਫਾਰਮਰਸ ਲਾਅ ਮੋਦੀ ਬਣਾ ਰਿਹਾ ਸੀ ਉਹਨੂੰ ਅਪਰੂਵਡ ਕਰਾਉਣ ਚ ਸਭ ਤੋਂ ਅੱਗੇ, ਜਦੋਂ ਹੁਣ ਫਾਰਮਰਸ ਲਾਅ ਜਦੋਂ ਵਾਪਸ ਹੋ ਗਏ ਉਦੋਂ ਉਹਦਾ ਕ੍ਰੈਡਿਟ ਲੈਣ ਲਈ ਸਭ ਤੋਂ ਅੱਗੇ। ਇਸ ਕਰਕੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਬੜੀ ਮਾੜੀ ਹੈ, ਉਹਦਾ ਲੋਕ ਉਹਨੂੰ ਨਕਾਰ ਚੁੱਕੇ ਨੇ। ਤੇ ਮੈਨੂੰ ਨਹੀਂ ਲੱਗਦਾ, ਉਹਨਾਂ ਦੇ ਪ੍ਰਧਾਨ ਦੀ ਆਪਦੀ ਵਰਡਿੰਗ ਸੀਗੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਤੇ ਸਿਆਸਤ ਕਰੇ, ਉਹਦਾ ਕੱਖ ਨਾ ਰਹੇ। ਤੇ ਉਹ ਮੇਰੇ ਖਿਆਲ ਚ ਉਹ ਤੇ ਆਪਦੇ ਆਪ ਤੇ ਇੰਪਲੀਮੈਂਟ ਹੋ ਗਈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਖਣਾ ਹੁਣ ਬਈ ਅਕਾਲੀ ਦਲ ਦਾ ਕੱਖ ਨਹੀਂ ਰਹਿਣਾ। ਬਿਲਕੁਲ, ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ ਜੀ, ਥੈਂਕ ਯੂ ਜੀ ਸੋ ਮਚ, ਥੈਂਕ ਯੂ। ਤਾਂ ਇਹ ਸਨ ਮਨਸਿਮਰਤ ਸਿੰਘ ਸ਼ੈਰੀਗੜ੍ਹ, ਜਿਨ੍ਹਾਂ ਨੇ ਸਾਫ਼ ਕੀਤਾ ਕਿ ਬੇਸ਼ੱਕ ਹਾਲੇ ਟਿਕਟ ਅਨਾਉਂਸ ਨਹੀਂ ਕੀਤੀ ਗਈ, ਉਹ ਵੀ ਰੈਲੀ ਕਰਾਉਣ ਦੀ ਕੋਸ਼ਿਸ਼ ਕਰਨਗੇ, ਪਰ ਫਿਰ ਵੀ ਜੇ ਟਿਕਟ ਅਨਾਉਂਸ ਕਿਸੇ ਹੋਰ ਨੂੰ ਵੀ ਕੀਤੀ ਜਾਂਦੀ ਹੈ ਜਾਂ ਕਿਸੇ ਹੋਰ ਨੂੰ ਵੀ ਮਿਲ ਜਾਂਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਛੱਡ ਦੇਣਗੇ। ਉਹ ਲਗਾਤਾਰ ਪਾਰਟੀ ਦੇ ਲਈ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਲਈ ਕੰਮ ਜਿਹੜਾ ਉਹ ਕਰਦੇ ਰਹਿਣਗੇ। ਉਹ ਕਹਿੰਦੇ ਕਿ ਸਾਡਾ ਸੁਪਨਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਹ ਮੁੱਖ ਮੰਤਰੀ ਜਿਹੜਾ ਉਹ ਦੇਖਣਾ ਚਾਹੁੰਦੇ ਨੇ। ਬੇਸ਼ੱਕ ਉਹਨਾਂ ਨੇ ਸੁਪਨਾ ਆਪਣਾ ਇਹ ਵੀ ਦੱਸਿਆ ਕਿ ਉਹ ਵੀ ਸਨੌਰ ਹਲਕੇ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਵਿਧਾਨ ਸਭਾ ਦੇ ਅੰਦਰ। ਉਮੀਦ ਕਰਦੇ ਹਾਂ ਕਿ ਮਨਸਿਮਰਤ ਸਿੰਘ ਸ਼ੈਰੀਗੜ੍ਹ ਦੇ ਨਾਲ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।